ਹਉਮੈ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ। ਨਾਨਕ ਹੁਕਮੀ ਲਿਖੀਐ ਲੇਖ, ਜੇਹਾ ਵੇਖੈ ਤੇਹਾ ਵੇਖ। ਇਸ ਸ਼ਬਦ ਦੇ ਭਾਵ ਵਿੱਚ ਕੱਲ ਆਪਾਂ ਉਤਰ ਰਹੇ ਸੀ। ਪਰ ਭਾਵ ਵਿੱਚ ਹਉਮੈ ਕਰਕੇ ਨਹੀਂ ਉਤਰਿਆ ਜਾਵੇਗਾ। ਕੱਲ ਮੈਂ ਕਿਹਾ ਸੀ ਨਾ ਵੀ ਆਪਾਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਤੇ ਸਮਝਣ ਦੀ ਕੋਸ਼ਿਸ਼ ਕੀਤਿਆਂ ਸਮਝ ਵਿੱਚ ਆ ਨਹੀਂ ਜਾਵੇਗਾ। ਇਹ ਖਿਆਲ ਵਿੱਚ ਰੱਖਣਾ ਹੈ। ਪਰ ਸਮਝਣ ਦੀ ਕੋਸ਼ਿਸ਼ ਦੁਆਰਾ ਤੁਹਾਨੂੰ ਇੰਨਾ ਹੀ ਸਮਝ ਵਿੱਚ ਆ ਜਾਵੇ ਨਾ ਕਿ ਇਹ ਸਮਝਦਾਰੀ ਦਾ ਵਿਸ਼ਾ ਨਹੀਂ ਹੈ। ਕਿਉਂਕਿ ਜਿੱਥੇ ਸਮਝਦਾਰੀ ਆ ਗਈ ਉੱਥੇ ਹੀ ਹਉ ਆ ਗਈ। ਮੈਂ ਸਮਝ ਲਿਆ ਤੇ ਹੰਕਾਰ ਆ ਗਿਆ। ਜਿੱਥੇ ਅਹੰ ਭਾਵ ਹੈ ਉੱਥੇ ਮੈਂ ਭਾਵ ਹੈ, ਤੇ ਉੱਥੇ ਮੈਂ ਭਾਵ ਦੁਆਰਾ ਹੀ ਤੁਸੀਂ ਸਮਝੋਗੇ ਨਾ। ਜਿਹੜੇ ਵਿਚਾਰਕ ਹਨ, ਪ੍ਰਚਾਰਕ ਹਨ, ਜ਼ਿਆਦਾ ਜਾਣਕਾਰੀ ਰੱਖਦੇ ਹਨ ਧਾਰਮਿਕ, ਉਹ ਮੈਂ ਨੂੰ ਖਿਆਲ ਵਿੱਚ ਰੱਖ ਕੇ ਸੁਣਦੇ ਹਨ। ਜੋ ਉਹਨਾਂ ਨੇ ਸਿੱਖਿਆ ਹੈ, ਪੜ੍ਹਿਆ ਹੈ, ਜਿਹੜੀ ਉਹਨਾਂ ਦੀ ਜਾਣਕਾਰੀ ਹੈ ਨਾ, ਉਹਨੂੰ ਖਿਆਲ ਵਿੱਚ ਰੱਖ ਕੇ ਸੁਣਦੇ ਹਨ। ਤੇ ਵਾਸਤਵਿਕ ਜਿਹੜਾ ਸਮਝਦਾਰ ਹੈ ਨਾ, ਜਿਹੜਾ ਸਹੀ ਸਮਝ ਦਾ ਉਪਯੋਗ ਕਰਦਾ ਹੈ, ਉਹ ਪਿਛਲੇ ਨੂੰ ਖਿਆਲ ਵਿੱਚ ਰੱਖ ਕੇ ਨਹੀਂ ਸੁਣਦਾ ਹੈ। ਕਿਉਂਕਿ ਪਿਛਲਾ ਤੇ ਕਚਰਾ ਹੈ। ਅਗਰ ਉਹ ਸਹੀ ਹੁੰਦਾ ਤੇ ਤੁਹਾਨੂੰ ਕਿਸੇ ਪਾਸੇ ਲਾ ਨਾ ਦਿੰਦਾ। ਉਹ ਤੁਹਾਡਾ ਹੀ ਇਕੱਠਾ ਕੀਤਾ ਹੋਇਆ ਕਚਰਾ ਹੈ। ਭਾਵੇਂ ਧਾਰਮਿਕ ਕਚਰਾ ਕਹਿ ਲਓ ਕਿ ਅਧਾਰਮਿਕ ਕਚਰਾ, ਤੇ ਕਚਰਾ ਹੀ ਹੁੰਦਾ ਹੈ। ਗੁਰਦੁਆਰੇ ਇਕੱਠਾ ਕੀਤਾ ਜਾਂ ਘਰ ਕੀਤਾ ਜਾਂ ਕਿਤੇ ਹੋਰ ਮੰਦਿਰ ਮਸਜਿਦ 'ਚ ਕੀਤਾ, ਤੇ ਉਹ ਕਚਰਾ ਜਿਹੜਾ ਹੈ ਨਾ, ਉਹਨੂੰ ਪਾਸੇ ਹਟਾ ਕੇ ਉਹਦੇ ਦੁਆਰਾ ਸੁਣਿਆ ਗਿਆ ਤੇ ਮੈਂ ਦੁਆਰਾ ਸੁਣਿਆ ਗਿਆ, ਹਉ ਦੁਆਰਾ ਸੁਣਿਆ ਗਿਆ। ਤੇ ਜਿੱਥੇ ਸਮਝ ਆ ਗਈ, ਤੇ ਕੱਲ ਹੀ ਕਿਹਾ ਹੀ ਸੀ ਨਾ, ਹੁਣ ਮੈਂ ਸ਼ਬਦ ਦਾ ਵਾਰ-ਵਾਰ ਉਪਯੋਗ ਕਰਦਾ ਹਾਂ ਤੇ ਕਰ ਵੀ ਰਿਹਾ ਹਾਂ। ਤੇ ਇਸੇ ਕਰਕੇ ਹੀ ਕਰਨਾ ਪੈ ਰਿਹਾ ਹੈ ਵੀ ਤੁਹਾਡੇ ਨਾਲ ਗੱਲ ਕਰਨੀ ਪੈ ਰਹੀ ਹੈ। ਅਗਰ ਕੋਈ ਗੱਲ ਕਰਨ ਵਾਲਾ ਜਾਂ ਸੁਣਨ ਵਾਲਾ ਹੀ ਨਾ ਹੋਵੇ ਤੇ ਫਿਰ ਇਹ ਤੇ ਬੋਲਣ ਦੀ ਵੀ ਲੋੜ ਨਹੀਂ। ਪਰ ਮੈਂ ਤੇ ਦੇਖਦਾ ਹਾਂ ਤੁਹਾਨੂੰ ਆਪਣੇ ਤੋਂ ਪਰ ਨਹੀਂ, ਪਰ ਤੁਸੀਂ ਤੇ ਮੈਨੂੰ ਪਰ ਸਮਝਦੇ ਹੋ ਨਾ, ਇਸੇ ਕਰਕੇ ਤੇ ਸੁਣ ਰਹੇ ਹੋ। ਤੇ ਮੈਂ ਤੁਹਾਨੂੰ ਸੁਣਾ ਰਿਹਾ ਹਾਂ, ਇਸ ਕਰਕੇ ਮੈਂ ਤੁਹਾਡੇ ਹਿਸਾਬ ਦੇ ਨਾਲ ਗੱਲ ਕਰ ਰਿਹਾ ਹਾਂ। ਦੂਸਰਾ ਬਣ ਕੇ ਗੱਲ ਕਰ ਰਿਹਾ ਹਾਂ, ਕਿਉਂਕਿ ਤੁਸੀਂ ਦੂਸਰੇ ਦੀ ਗੱਲ ਸੁਣਦੇ ਹੋ। ਤੇ ਜਦੋਂ ਮੈਂ ਤੂੰ ਦਾ ਭੇਦ ਖਤਮ ਹੋ ਜਾਵੇਗਾ ਨਾ, ਤੇ ਫਿਰ ਤੇ ਡਾਇਰੈਕਟ ਹੀ ਗੱਲ ਹੋ ਸਕਦੀ ਹੈ। ਤੇ ਬਹੁਤੇ ਪ੍ਰੇਮੀਆਂ ਨੂੰ ਮੈਂ ਕਹਿਣਾ ਵੀ ਹੁੰਦਾ ਹਾਂ ਵੀ ਟੈਲੀਫੋਨ ਕਰਨ ਦੀ ਲੋੜ ਨਹੀਂ ਹੈ। ਅਗਰ ਤੁਸੀਂ ਅੰਦਰ ਚਲੇ ਗਏ ਨਾ, ਭਾਵ ਦੇ ਵਿੱਚ ਗਹਿਰੇ ਉਤਰ ਗਏ, ਤੇ ਬਿਨਾਂ ਟੈਲੀਫੋਨ ਤੋਂ ਵੀ ਗੱਲ ਹੋ ਸਕਦੀ ਹੈ। ਹੁੰਦੀ ਰਹੀ ਸੀ ਪੁਰਾਣੇ ਸਮਿਆਂ 'ਚ, ਇਵੇਂ ਹੁੰਦੀ ਸੀ।
ਗੁਰੂ ਸ਼ਿਸ਼ ਦੇ ਵਿੱਚ। ਟੈਲੀਫੋਨ ਤੇ ਹੁਣ ਚੱਲੇ ਹਨ, ਪੁਰਾਣੇ ਸਮਿਆਂ 'ਚ ਗੱਲਾਂ ਹੁੰਦੀਆਂ ਸਨ। ਤੇ ਅੰਦਰ ਤੇ ਹੋ ਹੀ ਸਕਦੀ ਹੈ, ਜਦੋਂ ਦੂਰੀ ਮਿਟ ਗਈ ਫਿਰ ਮੈਂ ਤੂੰ ਕਰਕੇ ਗੱਲ ਕਰਨ ਦੀ ਲੋੜ ਨਹੀਂ ਪਵੇਗੀ, ਕਿਉਂਕਿ ਅੰਦਰ ਏਕਤਾ ਹੈ। ਉੱਥੇ ਮੈਂ ਤੂੰ ਕਰਕੇ ਗੱਲ ਨਹੀਂ ਹੋਵੇਗੀ, ਉੱਥੇ ਤਾਂ ਡਾਇਰੈਕਟ ਹੀ ਹੋਵੇਗੀ। ਤੁਸੀਂ ਕਹਿ ਰਹੇ ਹੋਵੋਗੇ, ਤੁਸੀਂ ਸੁਣ ਰਹੇ ਹੋਵੋਗੇ। ਤੇ ਬਾਹਰ ਜਦੋਂ ਆਪਾਂ ਗੱਲ ਕਰਦੇ ਹਾਂ ਸੰਸਾਰ ਵਿੱਚ, ਉਦੋਂ ਦਵੈਤ ਕਰਕੇ ਗੱਲ ਕਰਨੀ ਪੈਂਦੀ ਹੈ, ਦਵੈਤ ਦੇ ਵਿੱਚ ਆਉਣਾ ਪੈਂਦਾ ਹੈ। ਦੇਖੋ ਤੁਸੀਂ, ਇਹ ਤੇ ਇਉਂ ਹੋ ਜਾਂਦਾ ਹੈ, ਤੁਸੀਂ ਅਗਰ ਖਿਆਲ ਕਰੋ ਨਾ, ਵੀ ਇੱਕ ਬਿਲਕੁਲ ਸੰਤੁਸ਼ਟ, ਤ੍ਰਿਪਤ ਉੱਥੇ ਬੈਠਾ ਹੋਇਆ ਹੈ, ਅਲੌਕਿਕ ਸਿੰਘਾਸਨ ਤੇ, ਪ੍ਰਕਾਸ਼ਿਤ ਸਿੰਘਾਸਨ ਤੇ। ਉਹਨੂੰ ਛੱਡ ਕੇ ਥੱਲੇ ਆਉਣਾ ਪੈਂਦਾ ਹੈ। ਉਹਨੂੰ ਮੈਂ ਤੂੰ ਦੀ ਭਾਸ਼ਾ ਵਿੱਚ ਸੋਚਣਾ ਪੈਂਦਾ ਹੈ, ਵਿਚਾਰਨਾ ਪੈਂਦਾ ਹੈ ਤੇ ਕਹਿਣਾ ਪੈਂਦਾ ਹੈ, ਸਿਰਫ ਕਰਨਾ ਬਸ। ਨਹੀਂ ਤੇ ਕੰਮ ਬਹੁਤ ਔਖਾ ਹੈ। ਜਿਹੜਾ ਉੱਪਰ ਚਲੇ ਗਿਆ ਹੈ ਨਾ, ਸੰਸਾਰ ਤੋਂ ਉੱਪਰ ਉੱਠ ਗਿਆ ਹੈ, ਨਿਰਲੇਪ ਹੋ ਗਿਆ ਹੈ, ਤਾਂ ਉਹਦੇ ਵਾਸਤੇ ਫਿਰ ਸੰਸਾਰ ਦੇ ਵਿੱਚ ਆਉਣਾ, ਸੰਸਾਰ ਨੂੰ ਸੋਚਣਾ ਕਠਿਨ ਹੋ ਜਾਂਦਾ ਹੈ। ਪੁਰਾਣੇ ਸਮਿਆਂ 'ਚ ਬਹੁਤ ਸਾਰੇ ਗਿਆਨ ਨੂੰ ਉਪਲਬਧ ਪੁਰਸ਼ ਨਹੀਂ ਸੀ ਬੋਲੇ। ਕਿਹਨੂੰ ਬੋਲਣਾ ਹੈ? ਸਭ ਤੇ ਪਰਮਾਤਮਾ ਹੀ ਹੈ। ਆਪੇ ਜਿਹਨੂੰ ਕੱਢਣਾ ਹੋਊ ਕੱਢ ਲਊਗਾ, ਜਿਹਨੂੰ ਨਾ ਕੱਢਣਾ ਹੋਊ ਨਾ ਕੱਢੂ। ਪਰ ਕਿਸੇ ਦੇ ਵਿੱਚ ਬੈਠ ਕੇ ਉਹ ਬੋਲਦਾ ਹੈ, ਕਿਉਂਕਿ ਉਹਦੇ ਥਰੂ ਉਹਨੂੰ ਦੂਸਰਿਆਂ ਨੂੰ ਕੱਢਣਾ ਹੁੰਦਾ ਹੈ, ਤੇ ਖੇਲ ਤੇ ਉਹਦਾ ਹੀ ਹੈ। ਤੇ ਕੱਲ ਹਉਮੈ ਬੂਝੈ ਤਾਂ ਦਰ ਸੂਝੈ। ਇਹ ਗੱਲ ਚੱਲ ਰਹੀ ਸੀ ਵੀ ਜਿਹੜਾ ਹਉਮੈ ਨੂੰ ਬੁੱਝ ਲੈਂਦਾ ਹੈ, ਤੇ ਹਉ ਮੈਂ ਹਾਂ, ਤੇ ਅਗਰ ਤੁਸੀਂ ਸਮਝ ਦੇ ਤਲ ਤੇ ਬੁੱਝਣਾ ਚਾਹੋਗੇ ਨਾ, ਤੇ ਕਿਵੇਂ ਬੁੱਝੋਗੇ ਵੀ ਮੈਂ ਕੌਣ ਹਾਂ? ਸੋਚੋਗੇ, ਵਿਚਾਰੋਗੇ। ਤਦੇ ਜੇ ਮੈਂ ਕਹਿ ਰਿਹਾ ਹਾਂ ਨਾ ਵੀ ਅਗਰ ਤੁਸੀਂ ਸਮਝ ਨੂੰ ਲੈ ਕੇ ਸਮਝਣ ਦੀ ਵੀ ਕੋਸ਼ਿਸ਼ ਕੀਤੀ ਨਾ, ਤੇ ਸਮਝ ਵਿੱਚ ਨਹੀਂ ਆਵੇਗਾ। ਪਰ ਇੰਨਾ ਹੀ ਸਮਝ ਵਿੱਚ ਆ ਜਾਵੇ ਕਿ ਇਹ ਸਮਝ ਦਾ ਵਿਸ਼ਾ ਨਹੀਂ ਹੈ, ਇਹ ਸਮਝ ਤੋਂ ਪਾਰ ਦਾ ਵਿਸ਼ਾ ਹੈ, ਤੇ ਸਮਝਦਾਰੀ ਛੱਡਣੀ ਹੈ। ਪਰ ਸਮਝਦਾਰੀ ਛੱਡਣੀ ਔਖੀ ਹੈ। ਅਹਮ ਭਾਵ, ਮੈਂ ਭਾਵ ਸਮਝਦਾਰੀ ਕਰਕੇ ਹੀ ਟਿਕਿਆ ਰਹਿੰਦਾ। ਹੁਣ ਇਹ ਵੀ ਗੱਲ ਜਿਹੜੀ ਹੈ ਨਾ ਵੀ ਮੈਂ ਕੌਣ ਹਾਂ, ਅਗਰ ਤੁਸੀਂ ਸਮਝਦਾਰੀ ਦਾ ਕਰਕੇ ਖੋਜਿਆ, ਤੇ ਜਿਵੇਂ ਅੱਜ ਸਵੇਰੇ ਇੱਕ ਕੈਨੇਡਾ ਤੋਂ ਮਾਈ ਦਾ ਟੈਲੀਫੋਨ ਆਇਆ ਸੀ ਨਾ, ਉਹ ਕਹਿ ਰਹੀ ਸੀ ਵੀ ਤੁਸੀਂ ਕਹਿੰਦੇ ਹੋ ਵੀ ਆਪਣੇ ਆਪ ਨੂੰ ਖੋਜਣਾ, ਹਾਂ ਮੈਂ ਕੌਣ ਹਾਂ, ਖੋਜਣਾ ਹੈ, ਬੁੱਝਣਾ ਹੈ।
ਤੇ ਮੈਂ ਤੇ ਹੈ ਹੀ ਨਹੀਂ। ਮੈਂ ਤੇ ਹੈ ਹੀ ਨਹੀਂ। ਤੇ ਇਹ ਮੈਨੂੰ ਉਹਨਾਂ ਨੇ ਪਹਿਲਾ ਨਹੀਂ ਸ਼ਬਦ ਬੋਲਿਆ ਹੈ, ਪਹਿਲੀ ਵਾਰ ਨਹੀਂ ਕਿਹਾ ਹੈ। ਪਿੱਛੇ ਬਹੁਤ ਸਾਰੇ ਸਰੋਤਿਆਂ ਨੇ ਐਸੀ ਗੱਲ ਕਹੀ ਹੈ ਕਿ ਮੈਂ ਤੇ ਹੈ ਹੀ ਨਹੀਂ। ਮੈਂ ਹੈ ਹੀ ਨਹੀਂ, ਇਹ ਕਹਿਣ ਵਾਲਾ ਵੀ ਤਾਂ ਮੈਂ ਹੀ ਹੈ ਨਾ। ਇਹ ਕਹਿ ਕੌਣ ਰਿਹਾ ਹੈ ਮੈਂ ਹੈ ਨਹੀਂ? ਸਿਰਫ ਤੁਹਾਡੇ ਅੰਦਰ ਇੱਕ ਖਿਆਲ ਬੈਠ ਗਿਆ ਹੈ ਵੀ ਮੈਂ ਹੈ ਹੀ ਨਹੀਂ। ਤੁਸੀਂ ਸਮਝ ਲਿਆ ਹੈ ਮੈਂ ਹੈ ਨਹੀਂ। ਐਸੀ ਨਹੀਂ ਵੀ ਸਮਝ ਗਲਤ ਹੈ, ਸਮਝ ਗਲਤ ਨਹੀਂ ਹੈ, ਸਮਝ ਤੇ ਠੀਕ ਹੈ ਵੀ ਮੈਂ ਹੈ ਨਹੀਂ। ਸਮਝ ਦੇ ਆਧਾਰ ਤੇ ਬਿਲਕੁਲ ਗੱਲ ਠੀਕ ਹੈ, ਮੈਂ ਹੈ ਨਹੀਂ, ਪਰ ਇਹਦਾ ਅਨੁਭਵ ਨਹੀਂ ਹੈ। ਅਗਰ ਕਿਸੇ ਪੜ੍ਹੇ ਲਿਖੇ ਨੂੰ ਕਹੋਗੇ, ਵਿਦਵਾਨ ਨੂੰ ਕਹੋਗੇ, ਤਾਂ ਉਹ ਕਹੂਗਾ ਵੀ ਤੁਹਾਨੂੰ ਗਿਆਨ ਹੋ ਗਿਆ, ਤੁਹਾਨੂੰ ਬੋਧ ਹੋ ਗਿਆ, ਮੈਂ ਹੈ ਨਹੀਂ, ਤੁਸੀਂ ਜਾਣ ਲਿਆ। ਉਹ ਤੇ ਇਹੋ ਕਹੇਗਾ ਨਾ ਵੀ ਇਹੋ ਤੇ ਗੱਲ ਹੈ, ਇਹੋ ਹੀ ਤੇ ਜਾਣਨਾ ਹੈ ਵੀ ਮੈਂ ਹੈ ਹੀ ਨਹੀਂ, ਪਰਮਾਤਮਾ ਹੀ ਹੈ। ਪਰ ਮੈਂ ਹੈ ਨਹੀਂ, ਇਹ ਜਿਹੜਾ ਕਹਿ ਰਿਹਾ ਹੈ ਨਾ, ਉਹ ਜੇ ਹੈ, ਉਹਦੇ ਸਹਾਰੇ ਮੈਂ ਵੀ ਹੈ। ਇੱਕ ਗੱਲ ਬਹੁਤ ਹੀ ਖਿਆਲ ਵਿੱਚ ਰੱਖਿਓ, ਜਿਹੜੀ ਵਾਰ-ਵਾਰ ਕਹੀ ਵੀ ਜਾਂਦੀ ਹੈ, ਤੁਹਾਡੇ ਖਿਆਲ ਵਿੱਚ ਫੇਰ ਨਹੀਂ ਆਉਂਦੀ ਹੈ, ਵੀ ਜਿੰਨਾ ਚਿਰ ਤੂੰ ਵਿੱਚੋਂ ਧਿਆਨ ਨਹੀਂ ਨਾ ਹਟਦਾ ਹੈ, ਪਰ ਵਿੱਚੋਂ ਧਿਆਨ ਨਹੀਂ ਹਟਦਾ ਹੈ, ਪਰ ਨਹੀਂ ਛੁੱਟਦਾ ਹੈ, ਉਨਾ ਚਿਰ ਮੈਂ ਵੀ ਨਹੀਂ ਛੁੱਟੇਗੀ। ਜਦੋਂ ਪਰ ਛੁੱਟ ਗਿਆ ਨਾ, ਫਿਰ ਮੈਂ ਦਾ ਤੇ ਪਤਾ ਹੀ ਨਹੀਂ ਲੱਗਦਾ ਹੈ, ਕਿਉਂਕਿ ਪਤਾ ਲਾਉਣ ਵਾਲਾ ਨਹੀਂ ਰਹਿੰਦਾ। ਪਰ ਦੇ ਸਹਾਰੇ ਮੈਂ ਟਿਕੀ ਰਹਿੰਦੀ ਹੈ, ਤੇ ਜਦੋਂ ਪਰ ਨਾ ਰਿਹਾ ਤੇ ਮੈਂ ਵੀ ਕਿੱਥੇ ਰਹਿ ਜਾਵੇਗੀ। ਇਹੋ ਹੀ ਤੇ ਵਾਰ-ਵਾਰ ਕਿਹਾ ਜਾ ਰਿਹਾ ਹੈ ਵੀ ਪਰ ਨੂੰ ਛੱਡੋ। ਮੈਂ ਨੂੰ ਛੱਡਣ ਦੀ ਲੋੜ ਥੋੜ੍ਹੀ ਹੈ, ਮੈਂ ਤੇ ਆਪਣੇ ਆਪ ਹੀ ਛੁੱਟ ਜਾਂਦੀ ਹੈ, ਕਿਉਂਕਿ ਪਰ ਦੇ ਸਹਾਰੇ ਟਿਕੀ ਹੈ, ਤੂੰ ਦੇ ਸਹਾਰੇ ਮੈਂ ਟਿਕੀ। ਤੂੰ ਨੂੰ ਛੱਡ ਦਿੱਤਾ ਤੇ ਮੈਂ ਕਿੱਥੇ ਰਵੇਗੀ। ਤੇ ਉਸ ਤੋਂ ਬਾਅਦ ਇੱਕ ਚੰਡੀਗੜ੍ਹ ਤੋਂ ਵੀ ਮਾਈ ਦਾ ਟੈਲੀਫੋਨ ਆਇਆ। ਉਹ ਕਹਿੰਦੇ ਵੀ ਪਤਾ ਨਹੀਂ ਐਡੀ ਛੇਤੀ ਇੰਨਾ ਕੁਛ ਕਿਵੇਂ ਹੋ ਗਿਆ, ਮੈਂ ਨਹੀਂ ਸੀ ਕਰ ਸਕਦੀ, ਕਿ ਤੁਸੀਂ ਸਾਰਾ ਕੁਝ ਹੀ ਛਡਾ ਦਿੱਤਾ। ਮੈਂ ਤੇ ਸੋਚ ਰਹੀ ਸੀ ਵੀ ਘਰ-ਬਾਰ ਛੱਡਣਾ, ਪਰਿਵਾਰ ਛੱਡਣਾ, ਸਭ ਕੁਝ ਛੱਡਣਾ ਬੜਾ ਔਖਾ ਹੈ, ਤੇ ਸੋਚ ਕੇ ਵੀ ਡਰ ਲੱਗਦਾ ਸੀ ਵੀ ਛੱਡ ਕੇ ਬਣੂਗਾ ਕੀ, ਹੋਊਗਾ ਕੀ। ਪਰ ਸਭ ਕੁਝ ਛੁੱਟ ਵੀ ਗਿਆ ਤੇ ਪਤਾ ਵੀ ਨਹੀਂ ਲੱਗਾ। ਦੇਖੋ, ਕਈ ਸਾਧਕ ਸਦੀਆਂ ਤੱਕ ਤਪੱਸਿਆ ਕਰਦੇ ਹਨ, ਉਹਨਾਂ ਦਾ ਨਹੀਂ ਛੁੱਟਦਾ ਹੈ। ਤੋ ਕਹਿੰਦੇ ਮੇਰਾ ਘਰ ਬੈਠੇ ਹੀ ਤੁਸੀਂ ਸਭ ਕੁਝ ਛਡਾ ਦਿੱਤਾ। ਫਿਰ ਵੀ ਘਰ ਬੈਠੀ ਹੋਈ ਹੈ, ਪਰਿਵਾਰ ਹੈ, ਸਭ ਕੁਝ ਹੈ, ਪਰ ਕਹਿੰਦੇ ਸਭ ਕੁਝ ਛੁੱਟ ਗਿਆ।
ਤੇ ਜੋ ਮਿਲਿਆ ਉਹ ਕਹਿਣ ਦੀ ਕੋਸ਼ਿਸ਼ ਤੇ ਕਰ ਰਹੀ ਹੈ, ਪਰ ਕਹਿੰਦੀ ਕਿਹਾ ਨਹੀਂ ਜਾ ਰਿਹਾ, ਛੁੱਟ ਗਿਆ। ਦੇਖੋ, ਇਹੋ ਹੀ ਤੇ ਕਹਿਣਾ ਤੁਹਾਨੂੰ, ਘਰ ਬੈਠੇ ਹੀ ਸਭ ਕੁਝ ਛੁੱਟ ਜਾਂਦਾ ਹੈ। ਸੰਸਾਰ 'ਚ ਬੈਠੇ ਹੀ ਸੰਸਾਰ ਜਦੋਂ ਛੁੱਟ ਜਾਂਦਾ ਹੈ ਨਾ, ਉਦੋਂ ਮੈਂ ਨਹੀਂ ਰਹਿੰਦੀ। ਤੇ ਬਹੁਤ ਹੀ ਸੁਖਾਲਾ ਹੈ। ਇਹੋ ਹੀ ਫਰਕ ਹੈ। ਇੱਕ ਪੜ੍ਹੇ ਲਿਖੇ ਦੇ ਵਿੱਚ ਜਿਵੇਂ ਕਿਸੇ ਨੇ ਨਕਸ਼ਾ ਪੜ੍ਹਿਆ ਹੋਵੇ ਤਾਂ ਤੁਹਾਨੂੰ ਰਸਤਾ ਸਮਝਾਵੇ, ਇੱਕ ਉਸ ਰਸਤੇ ਤੇ ਗੁਜ਼ਰਿਆ ਹੋਵੇ ਤੇ ਪਹੁੰਚਿਆ ਹੋਵੇ ਤੇ ਤੁਹਾਨੂੰ ਦੱਸੇ। ਫਰਕ ਤੇ ਹੈ ਹੀ ਨਾ। ਉਹ ਸਿੱਧਾ ਸਿੱਧਾ ਹੀ ਦੱਸ ਦਿੰਦਾ ਵੀ ਤੁਸੀਂ ਇੰਨੇ ਗੇੜੇ ਕੱਢ ਕੇ ਜਾਓਗੇ, ਤੁਸੀਂ ਸਿੱਧੇ ਹੀ ਆ ਸਕਦੇ ਹੋ। ਤੇ ਸਿੱਧੀ ਗੱਲ ਕਿਸੇ ਕਿਸੇ ਨੂੰ ਸਮਝ ਵਿੱਚ ਆ ਜਾਂਦੀ ਹੈ। ਤੇ ਉਹ ਕਹਿੰਦੀ ਪਹਿਲਾਂ ਮੈਨੂੰ ਪਤਾ ਹੀ ਨਹੀਂ ਸੀ ਲੱਗਦਾ ਵੀ ਪੁੱਟਣਾ ਕਿਵੇਂ ਆ, ਇੱਧਰੋਂ ਪੁੱਟਣਾ ਫਿਰ ਇੱਧਰ ਲੱਗਣਾ, ਪੱਟਣਾ ਕਿਵੇਂ, ਪੱਟਣਾ ਬੜਾ ਔਖਾ। ਪਰ ਸਭ ਕੁਛ ਹੀ ਹੋ ਗਿਆ। ਘਰ ਬੈਠੇ ਸਭ ਕੁਝ ਛੁੱਟ ਗਿਆ। ਫਿਰ ਉਹ ਦੂਰ ਹੈ, ਐਸਾ ਵੀ ਨਹੀਂ ਹੈ ਕਿ ਮੇਰੇ ਕੋਲ ਹੋਣ ਦੇ ਨਾਲ ਹੀ ਸਭ ਕੁਝ ਹੋਵੇਗਾ। ਮੈਂ ਕਹਿੰਦਾ ਤੁਸੀਂ ਭਾਵੇਂ ਕਿੱਡੀ ਵੀ ਦੂਰ ਹੋਵੋ, ਜੈਸਾ ਕਿਹਾ ਜਾ ਰਿਹਾ ਹੈ ਨਾ ਵੈਸਾ ਹੀ ਹੋਵੇਗਾ। ਪਰ ਕਹੇ ਹੋਏ ਤੇ ਪੂਰਨ ਸ਼ਰਧਾ ਹੋਵੇਗੀ ਤਾਂ ਹੋਵੇਗਾ। ਇਸ ਤੋਂ ਅਗਲੇ ਸ਼ਬਦ ਦੇ ਵਿੱਚ ਥੋੜਾ ਜਿਹਾ ਹੋਰ ਸਮਝੋ।